अपना स्वामी मोहनदास स्कूल की बैक साइड से पैंदा है। ਟੈਟੂ ਦੀ ਟ੍ਰੇਨਿੰਗ ਲਈ ਹੈ ਕਿਹੜੇ ਕਾਲਜ ਤੋਂ ਜਾਂ ਕਿਹੜੇ ਇੰਸਟੀਚਿਊਟ ਤੋਂ ਇਸ ਬਾਰੇ कोई जल्दी सीख लेंदा, कोई लेट सीखता। ਘਰਦਿਆਂ ਦੀ ਰਿਐਕਸ਼ਨ ਐਦਾ ਸੀਗਾ ਕਿ ਨਾ ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮਤਲਬ ਕੀ ਟੈਟੂ ਆਰਟਿਸਟ ਕੀ ਹੈ ਇਹ। ਉਹ ਹਜੇ ਵੀ ਉਹੀ ਖਿਆਲ ਸਮਝ ਕੇ ਬੈਠੇ ਕਿ ਉਹਦੇ ਮੇਲੇ ਵਾਲੇ ਸੀਗੇ। ਵਾਈਟ ਤਾਰ ਲੱਗਾ ਉਹ ਕਲਰ ਦੇ ਨਾਲ ਸਕਿਨ ਕਲਰ ਦੇ ਨਾਲ ਨੂੰ ਮਿਟਾਉਣਾ ਚਾਹੀਏ ਤਾਂ ਮਿਟ ਵੀ ਸਕਦਾ। ਹਾਂ ਮਿਟ ਜਾਂਦਾ। ਮਿਟ ਜਾਂਦਾ ਜਿਹਦਾ ਟੈਟੂ ਬਣਾ ਲਈ, ਜਿੱਦਾਂ ਇੱਕ ਬੰਦਾ ਚਾਹੀਦਾ ਜਿਹਨੂੰ ਟੈਟੂ ਬਣਾਉਣਾ ਆਉਣਾ ਚਾਹੀਦਾ ਔਰ ਮਸ਼ੀਨ ਚਾਹੀਦੀ ਆ ਜਾਂ ਜੋ ਤੁਸੀਂ ਆ ਸਟੈਂਡ ਕਿਹਾ, ਤਾਂ ਫਿਰ ਇਹ ਸਟੂਡੀਓ ਦੀ ਕੀ ਲੋੜ ਆ? ਸਟੂਡੀਓ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਕਿ ਨਹੀਂ? ਇਹ ਸਟੂਡੀਓ ਤਾਂ ਚਾਹੀਦਾ ਬੇਸਿਕ, ਉਹ ਤਾਂ ਜ਼ਰੂਰੀ ਹੈ। ਸਟੂਡੀਓ ਤਾਂ ਚਾਹੀਦਾ ਕਿਉਂਕਿ ਕਲਾਇੰਟ ਦੀਪਕ ਜੀ ਜਿਹੜੇ ਆਪਣੇ ਨਵੇਂ ਬੱਚੇ ਜਾਂ ਸਟੂਡੈਂਟ ਕਾਲਜ ਦੇ ਵੀ ਜਿਹੜੇ ਟੈਟੂ ਆਰਟਿਸਟ ਬਣਨਾ ਚਾਹੁੰਦੇ ਆ, ਹਾਂਜੀ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਜੀ ਦੇਖੋ, ਪੂਰੀ ਪ੍ਰੋਪਰ ਟ੍ਰੇਨਿੰਗ ਲੈ ਕੇ ਤੁਸੀਂ ਆਓ। ਪ੍ਰੋਪਰ ਉਹਨਾਂ ਦੇ ਘਰਦਿਆਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਜੋ ਤੁਹਾਡਾ ਬੱਚਾ ਬਣਨਾ ਚਾਹੁੰਦਾ ਤੁਸੀਂ ਉਹਨੂੰ ਸਪੋਰਟ ਕਰੋ, ਫਾਈਨੈਂਸ਼ੀਅਲੀ ਸਪੋਰਟ ਕਰੋ ਤੇ ਮੈਂਟਲੀ ਸਪੋਰਟ ਕਰੋ ਤਾਂ ਕਿ ਉਹ ਅੱਗੇ ਜਾ ਕੇ ਇੱਕ ਗੁੱਡ ਆਰਟਿਸਟ ਬਣ ਸਕੇ। Yes, man. ਸਤਿ ਸ਼੍ਰੀ ਅਕਾਲ ਦੋਸਤੋ। ਕੋਈ ਡਾਕਟਰ ਬਣਨਾ ਚਾਹ ਰਿਹਾ, ਕੋਈ ਇੰਜੀਨੀਅਰ ਬਣਨਾ ਚਾਹ ਰਿਹਾ, ਕੋਈ ਫੋਰਨ ਜਾਣਾ ਚਾਹ ਰਿਹਾ, ਕੋਈ MBA ਕਰਨਾ ਚਾਹ ਰਿਹਾ। ਅਲੱਗ-ਅਲੱਗ ਪ੍ਰੋਫੈਸ਼ਨਾਂ 'ਚ ਬੱਚੇ ਜਾ ਰਹੇ ਨੇ। ਪਰ ਅੱਜ ਜਿਹੜੇ ਅਸੀਂ ਪ੍ਰੋਫੈਸ਼ਨਲ ਬੰਦੇ ਨਾਲ ਮਿਲਣ ਜਾ ਰਹੇ ਹਾਂ, ਉਹਨਾਂ ਦਾ ਨਾਮ ਹੈ ਦੀਪਕ ਗੋਸਵਾਮੀ, ਜੋ ਕਿ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ। ਮੈਂ ਜੀ ਦੀਪਕ, ਇੱਕ ਟੈਟੂ ਆਰਟਿਸਟ। ਮੇਰੇ ਸਟੂਡੀਓ ਦਾ ਨਾਮ ਹੈ ਡੀਪ ਇੰਕ ਟੈਟੂਜ਼। ਇਹ ਆਪਣਾ ਸਵਾਮੀ ਮੋਹਨਦਾਸ ਸਕੂਲ ਦੀ ਬੈਕ ਸਾਈਡ ਤੇ ਪੈਂਦਾ ਹੈ। ਤੁਸੀਂ ਮੇਰਾ ਵਰਕ ਵੀ ਦੇਖ ਸਕਦੇ ਹੋ ਮੇਰੀ ਇੰਸਟਾਗ੍ਰਾਮ ਆਈਡੀ ਤੇ, ਸਨੈਪਚੈਟ ਆਈਡੀ ਤੇ। ਇਹ ਦੋਨਾਂ ਦੀ ਆਈਡੀ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ।
ਹਾਂਜੀ ਦੀਪਕ ਜੀ, ਤੁਸੀਂ ਸਾਨੂੰ ਦੱਸੋ ਆਪਣੇ ਬਾਰੇ ਕਿ ਤੁਹਾਡੀ ਸਕੂਲਿੰਗ ਕਿੱਥੇ ਹੋਈ, ਪੜ੍ਹਾਈ ਕਿੱਥੇ ਕੀਤੀ ਹੈ, ਕਾਲਜ ਵਗੈਰਾ 'ਚ ਉਹਨਾਂ ਦੇ ਦੱਸੋ ਉਹਦੇ ਬਾਰੇ ਕੁਝ। ਅੱਛਾ, ਸਕੂਲਿੰਗ ਮੈਂ ਕੀਤੀ ਆਪਣੇ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ। 10th ਮੈਂ ਉਹ ਤੋਂ ਪਾਸ ਆਊਟ ਹੋਇਆ। ਫਿਰ ਉਸ ਤੋਂ ਬਾਅਦ +1 +2 ਤੇ ਗ੍ਰੈਜੂਏਸ਼ਨ ਮੈਂ ਟੀਮ ਕਾਲਜ ਤੋਂ ਕੀਤੀ ਹੈ। तो उस तो बाद फिर मैं थोड़ा ट्रेनिंग भी किया है टैटू। Never break, always fight, never quit, do it right, play the game, win it life, have no shame, there's no time, feel the pain, live the grind, I could change, in my mind, pick a lane, commit and climb, the only way to win it life, I never miss, that's fact, taking big swings, bitch, hand me the bat, put me in the ring, you'll go out in a bag, cause I sing what I mean and I bring it to the mad light, ain't got time to kill, I got time to feel, I took the red pill, I know life's short so I wanna live real, but how's it supposed to feel? ਜਿਹੜੀ ਤੁਸੀਂ ਟੈਟੂ ਦੀ ਟ੍ਰੇਨਿੰਗ ਲਈ ਹੈ, ਕਿਹੜੇ ਕਾਲਜ ਤੋਂ ਜਾਂ ਕਿਹੜੇ ਇੰਸਟੀਚਿਊਟ ਤੋਂ, ਇਹਦੇ ਬਾਰੇ ਦੱਸੋ। ਇਹ ਐਕਚੁਅਲੀ ਕਾਲਜ ਤੋਂ ਨਹੀਂ ਹੁੰਦੀ, ਇਹ ਪ੍ਰਾਈਵੇਟ ਹੁੰਦੀ ਹੈ। ਜਿੱਦਾਂ ਕੋਈ ਟੈਟੂ ਆਰਟਿਸਟ ਹੈ, ਉਹਨੂੰ ਕਾਫੀ ਸਾਲ ਹੋ ਗਿਆ ਪ੍ਰੈਕਟਿਸ ਕਰਦੇ ਆ, ਉਹ ਅੱਗੋਂ ਫਿਰ ਪ੍ਰੈਕਟਿਸ ਤੁਹਾਨੂੰ ਦਿੰਦਾ। ਉਹ ਫਿਰ ਆਪਣੀ ਪੂਰੀ 6 ਮਹੀਨੇ ਵੀ ਹੋਏਗਾ, ਉਹ ਆਪਣੀ ਪੂਰੀ ਟ੍ਰੇਨਿੰਗ ਦਿੰਦਾ ਤੁਹਾਨੂੰ, ਪੂਰੀ ਡਰਾਇੰਗ ਤੋਂ ਲੈ ਕੇ ਪੂਰਾ ਬੇਸਿਕ ਤੋਂ ਲੈ ਕੇ ਪੂਰਾ ਐਡਵਾਂਸ ਤੱਕ ਤੁਹਾਨੂੰ ਸਿਖਾਉਂਦਾ। और उनसे सब कुछ आता है, तो ड्राइंग होएगी, शेडिंग होएगी, लाइनिंग होएगी, पूरा प्रॉपर तरीके ना पूरी ट्रेनिंग होती है। ਇਹਦਾ ਪੂਰਾ ਕੰਪਲੀਟ ਕੋਰਸ ਹੁੰਦਾ ਨਾ। हाँ जी, पूरा ਸ਼ੁਰੂ ਤੋਂ ਲੈ ਕੇ ਸਾਰਾ ਕੁਝ ਸਿਖਾਉਂਦੇ ਆ ਕਿੱਦਾਂ ਕੰਮ ਕਰਨਾ। हाँ जी। ਤੇ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਆ? मैं लिखती है मेरा अपना सिंह टैटू तिमल सिंह। ਜੇ ਕੋਈ ਵੀਡੀਓ ਦੇਖਣ ਵਾਲਾ ਜਾਂ ਕੋਈ ਹੋਰ ਵੀ ਬੱਚਾ ਜਾਂ ਕੋਈ ਵੱਡਾ ਵੀ ਸਿੱਖਣਾ ਚਾਹੁੰਦਾ ਹੋਵੇ ਕਿ ਟੈਟੂ ਕਿੱਦਾਂ ਬਣਾਉਣੇ ਸਿੱਖਣੇ ਆ, ਤਾਂ ਉਹ ਉਹਦੇ ਲਈ ਕੀ ਫੀਸ ਦਾ ਕੀ ਖਰਚਾ ਆਊਗਾ? ਫੀਸ ਐਕਚੁਅਲੀ ਦੇਖੋ, ਜਦੋਂ ਮੈਂ ਕੀਤਾ ਸੀਗਾ ਆਪਣਾ, ਜਦੋਂ ਮੈਂ ਟ੍ਰੇਨਿੰਗ ਲਿੱਤੀ ਸੀ ਉਦੋਂ 1 ਲੱਖ ਰੁਪਏ ਸੀਗਾ 6 ਮੰਥਸ ਦਾ। ਹੁਣ ਵੱਧ ਵੀ ਗਈ ਹੋਏਗੀ ਬਾਤ। ਮਤਲਬ ਟੈਟੂ ਆਰਟਿਸਟ ਦਾ ਆਪਣਾ ਫੀਸ ਦਾ ਸਿਸਟਮ ਰੱਖਿਆ, ਫੀਸ ਸਟਰਕਚਰ ਆ ਸਾਰਾ ਦਾ। ਠੀਕ ਆ, ਮਤਲਬ ਲਗਭਗ ਲੱਖ ਰੁਪਇਆ ਲਾਈਏ ਅਸੀਂ ਨਾ। ਹਾਂ, ਘੱਟੋ ਘੱਟ ਲੱਖ ਰੁਪਏ ਤਾਂ ਚਾਹੀਦਾ। ਲੱਖ ਰੁਪਇਆ ਦਾ ਕਿੰਨਾ ਟਾਈਮ ਡਿਊਰੇਸ਼ਨ ਲੱਗਦੀ? 6 ਮੰਥ ਹੁੰਦੀ ਆ, ਕੋਈ ਜਲਦੀ ਸਿੱਖ ਲੈਂਦਾ, ਕੋਈ ਲੇਟ ਸਿੱਖਦਾ। ਬੇਸਿਕ ਹੋਣਾ ਜੇ ਬੰਦਾ ਛੋਟੇ ਹੁੰਦੇ ਤੋਂ ਡਰਾਇੰਗ ਕਰਦਾ ਤਾਂ ਉਹਦੇ ਲਈ ਆਸਾਨ ਹੋ ਜਾਂਦਾ ਥੋੜਾ ਛੇਤੀ ਸਿੱਖਣਾ। ਅੱਛਾ, ਮਤਲਬ ਜਿਹਦੀ ਡਰਾਇੰਗ ਵਧੀਆ ਤਾਂ ਉਹੀ ਬਣਾਊਗਾ ਨਾ ਟੈਟੂ ਦਾ? ਹਾਂ, ਉਹ ਵੀ ਬਣਾਏਗਾ ਵਧੀਆ। ਜਿਹਦੀ ਜਿੰਨੀ ਡਰਾਇੰਗ ਸਾਫ਼ ਆ ਉਹ ਉਨੀ ਛੇਤੀ ਸਿੱਖ ਜਾਊਗਾ। ਹਾਂ, ਉਹ ਨਹੀਂ ਛੇਤੀ। ਤਾਂ ਫੀਸ ਵੀ ਉਨੀ ਘੱਟ ਜਾਊਗੀ ਕਿ ਨਹੀਂ, ਫੀਸ ਨਹੀਂ, ਉਹਨੇ ਵੀ ਫੀਸ ਹੁੰਦੀ ਨਹੀਂ। ਫੀਸ ਹੋਣੀ ਹੈ। ਠੀਕ ਹੈ ਜੀ। ਦਾ ਫੀਸ ਦਾ ਜਿੱਦਾਂ ਤੁਸੀਂ ਕਿਹਾ ਲੱਖ ਰੁਪਇਆ ਲੱਗ ਜਾਣੀ ਆ। ਚਲੋ ਘਰ ਦੇ ਜਿਹਦੇ ਸਪੋਰਟ ਕਰਨਗੇ ਉਹ ਤਾਂ ਇੰਨੀ ਫੀਸ ਦੇ ਸਕਦਾ, ਨਹੀਂ ਤਾਂ ਬੰਦੇ ਨੂੰ ਕੋਈ ਹੋਰ ਉਪਰਾਲੇ ਕਰਨੇ ਪੈਣਗੇ ਫੀਸ ਦੇਣ ਲਈ। ਇਹ ਜਿੱਦਾਂ ਇਹ ਬਣਨਾ ਲੋਕੀ ਚਾਹੁੰਦੇ ਕੋਈ ਡਾਕਟਰ ਬਣੇ ਸਾਡੇ ਬੱਚੇ, ਇੰਜੀਨੀਅਰ ਬਣਨ, ਕੁਛ ਹੋਰ ਬਣਨ, ਪਾਇਲਟ ਬਣਨ, ਬੜੀਆਂ ਆਪਸ਼ਨਾਂ ਹੈਗੀਆਂ ਅੱਜ ਕੱਲ੍ਹ, ਪਰ ਤੁਸੀਂ ਚੂਜ਼ ਕੀਤਾ ਟੈਟੂ ਆਰਟਿਸਟ। ਫਿਰ ਘਰਦਿਆਂ ਦੀ ਕੀ ਰਿਐਕਸ਼ਨ ਸੀ? ਘਰਦਿਆਂ ਦੀ ਰਿਐਕਸ਼ਨ ਇੱਦਾਂ ਸੀਗਾ ਕਿ ਨਾ ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮਤਲਬ ਕੀ ਟੈਟੂ ਆਰਟਿਸਟ ਕੀ ਹੈ ਇਹ। ਉਹ ਹਲੇ ਵੀ ਉਹੀ ਖਿਆਲ ਸਮਝ ਕੇ ਬੈਠੇ ਕਿ ਉਹ ਜੇ ਮੇਲੇ ਵਾਲੇ ਹੁੰਦੇ ਨੇ। ਉਹਨਾਂ ਥੋੜਾ ਸਮਝਾਇਆ, ਫਿਰ ਪਹਿਲਾਂ ਤਾਂ ਨਹੀਂ ਉਹਨਾਂ ਨੂੰ ਕੁਝ ਪਤਾ ਲੱਗਾ, ਪਰ ਹੌਲੀ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਤੇ ਤਾਂ ਫਿਰ ਉਹਨਾਂ ਨੇ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ। ਕਹਿੰਦਾ ਨਹੀਂ ਠੀਕ ਹੈ ਵੀ ਆਰਟਿਸਟ ਹੈ, ਕਰੀਅਰ ਹੈ, ਵੀ ਹਰ ਆਰਟਿਸਟ ਦਾ ਕਰੀਅਰ ਹੁੰਦਾ। ਫਿਰ ਤੁਸੀਂ ਆਪਣੇ ਹੱਥ 'ਤੇ ਆਪਣੇ ਮੰਮੀ ਡੈਡੀ ਦਾ ਨਾਂ ਲਿਖਾਇਆ ਨਾ? ਹਾਂਜੀ। ਸਿਆਣੇ ਬੋਲ ਗਏ ਰੱਬ ਜਈ ਸਚਾਈ ਜਾਪੇ
ਦੀਪਕ ਜੀ ਜਿੱਦਾਂ ਕਿ ਹੁਣ ਵੈਸਟਰਨ ਕਲਚਰ ਬਹੁਤ ਹੋ ਗਿਆ, ਵੈਸਟਰਨ ਕਲਚਰ ਦਾ ਪ੍ਰਭਾਵ ਵੱਧ ਗਿਆ ਨਾ, ਤੇ ਸਾਡੇ ਦਾ ਆਮ ਜਨਤਾ ਨੇ ਹੁਣ ਹਰੇਕ ਬੰਦਾ ਹੀ ਟੈਟੂ ਬਣਵਾਉਣ ਲੱਗ ਗਿਆ। ਪਹਿਲਾਂ ਤਾਂ ਇੰਨੇ ਨਹੀਂ ਲੋਕੀ ਬਣਵਾਉਂਦੇ ਹੁੰਦੇ ਸੀ, ਹੁਣ ਤਾਂ ਸ਼ੌਂਕ ਦੀ ਚੀਜ਼ ਵੀ ਹੋ ਗਈ ਹੈ। ਤੇ ਆਪਾਂ ਨੂੰ ਇਹ ਦੱਸੋ ਕਿ ਕਿੰਨੀ ਤਰ੍ਹਾਂ ਦੇ ਟੈਟੂ ਹੁੰਦੇ ਆ, ਤੁਸੀਂ ਮਤਲਬ ਕਿੰਨੀ ਤਰ੍ਹਾਂ ਦੇ, ਕਿਹੜੀ ਤਰ੍ਹਾਂ ਦੇ ਟੈਟੂ ਬਣਾਉਂਦੇ ਆ? ਟੈਟੂ ਜੀ ਹਰ ਇੱਕ ਤਰ੍ਹਾਂ ਟੈਟੂ ਹੁੰਦਾ। ਟੈਟੂ ਬਹੁਤ ਤਰੀਕੇ ਦਾ ਹੁੰਦਾ ਨੇ। ਕਸਟਮ ਟੈਟੂ ਵੀ ਹੁੰਦਾ, ਕੋਈ ਆਪਣਾ ਡਿਜ਼ਾਈਨ ਲੈ ਕੇ ਆਉਂਦਾ ਭਾਜੀ ਇਸ ਟਾਈਪ ਦਾ ਟੈਟੂ ਮੈਂ, ਉਹ ਫਿਰ ਅਸੀਂ ਕਸਟਮ ਕਰ ਦਿੰਦੇ ਆ, ਠੀਕ ਹੈ ਨਾ। ਤੇ ਲਾਈਨ ਵਰਕ ਹੁੰਦਾ ਹੈ, ਸ਼ੇਡ ਵਰਕ ਹੁੰਦਾ ਹੈ, ਆਪਣਾ ਕਲਰਡ ਵਰਕ ਹੁੰਦਾ ਹੈ, ਹਰ ਤਰ੍ਹਾਂ ਦਾ ਚੁਆਇਸ ਕਸਟਮਰ ਤੇ ਡਿਪੈਂਡ ਕਰਦੀ ਹੈ, ਕਲਾਇੰਟ ਤੇ ਡਿਪੈਂਡ ਕਰਦੀ ਕਿ ਉਹ ਕਿੱਦਾਂ ਦਾ ਚਾਹੁੰਦਾ। ਫਿਰ ਉਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਐਡਿਟ ਕਰਕੇ ਤੇ ਬਣਾ ਦਿੰਦੇ। ਜਿੱਦਾਂ ਕਿਸੇ ਦੇ ਕੋਈ ਸੱਟ ਦਾ ਨਿਸ਼ਾਨ ਲੱਗਾ ਹੋਵੇ ਹਾਂਜੀ, ਤੇ ਉੱਤੇ ਵੀ ਟੈਟੂ ਬਣਾ ਸਕਦੇ? ਹਾਂਜੀ, ਉੱਤੇ ਵੀ ਟੈਟੂ ਬਣ ਜਾਂਦਾ, ਉੱਤੇ ਵੀ ਕਵਰ ਅਪ ਹੋ ਜਾਂਦਾ ਹੈ, ਮਤਲਬ ਨੀਚਲੀ ਚੀਜ਼ ਛੁਪ ਜਾਂਦੀ ਹੈ। ਅੱਛਾ, ਕਿਸੇ ਸੱਟ ਲੱਗੀ ਹੈ, ਕੋਈ ਕਿਤੇ ਵਾਈਟ ਦਾ ਦਾਗ ਹੀ ਲੱਗਾ ਹੈ, ਫਿਰ ਉਹਨੂੰ ਆਪਾਂ ਕਲਰ ਦੇ ਨਾਲ ਫਿਲ ਕਰ ਦਿੰਦੇ ਹਾਂ, ਉਹ ਸਕਿਨ ਕਲਰ ਦੇ ਨਾਲ ਮੈਚ ਹੋ ਜਾਂਦਾ। ਅੱਛਾ, ਮਤਲਬ ਵਾਈਟ ਦਾਗ ਹੋਵੇ ਤਾਂ ਸਕਿਨ ਕਲਰ ਨਾਲ ਵੀ ਮੈਚ ਕਰਾ ਸਕਦੇ ਹੋ? ਕਲਰ ਨਾਲ ਮੈਚ ਹੋ ਜਾਂਦਾ। ਓਕੇ। ਤੇ ਜਿੱਦਾਂ ਕੋਈ ਲੋਕਾਂ ਨੇ, ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਮੇਲਿਆਂ ਵਾਲੇ ਟੈਟੂ ਸਮਝਦੇ ਰਹੇ ਲੋਕੀ ਪਹਿਲਾਂ, ਹਾਂਜੀ, ਉਹ ਕਈ ਲੋਕਾਂ ਨੇ ਪਹਿਲਾਂ ਮੇਲਿਆਂ 'ਚੋਂ ਵੀ ਬਹੁਤ ਟੈਟੂ ਬਣਾ ਲਏ ਨੇ, ਉਹ ਫਿਰ ਬਾਅਦ 'ਚ ਹੁਣ ਕਈ ਪਛਤਾਉਂਦੇ ਕਿ ਯਾਰ ਇਹ ਗਲਤ ਟੈਟੂ ਬਣ ਗਿਆ ਸੀ, ਤੇ ਹੁਣ ਉਹਦਾ ਕੀ ਕਰੀਏ? ਉਹਦਾ ਕਵਰ ਉਹਦੇ ਬਾਰੇ ਦੱਸੋ ਮਾੜਾ ਜਿਹਾ, ਕੁਝ ਕਵਰ ਅਪ ਕਿੱਦਾਂ ਹੁੰਦਾ ਹੈ? ਕਵਰ ਉਹਦੇ ਉੱਤੇ ਕੋਈ ਦੂਸਰਾ ਡਾਰਕ ਸ਼ੇਡ ਵਾਲਾ ਕੋਈ ਟੈਟੂ ਬਣ ਜਾਂਦਾ, ਉਹ ਨੀਚਲੀ ਚੀਜ਼ ਲੁਕ ਕੇ ਆਉਂਦੀ ਹੈ ਉਹ ਸਾਹਮਣੇ। ਅੱਛਾ, ਉਹ ਮਤਲਬ ਪੂਰੀ ਤਰ੍ਹਾਂ ਫਿਰ ਉਹ ਦਿਸੂਗਾ ਨਹੀਂ? ਹਾਂ, ਪਰ ਟੈਟੂ ਰੀਸੈਂਟਲੀ ਮੈਂ ਕੀਤਾ ਹਲੇ ਕਵਰ ਅਪ ਹੀ ਕੀਤਾ ਮੈਂ ਰੀਸੈਂਟਲੀ। ਤੇ ਮਤਲਬ ਟੈਟੂ ਦੇ ਉੱਤੇ ਨਵਾਂ ਟੈਟੂ ਬਣ ਜਾਣਾ? ਹਾਂ, ਟੈਟੂ ਦੇ ਉੱਤੇ ਨਵਾਂ ਟੈਟੂ। ਜੇ ਆਪਾਂ ਟੈਟੂ ਮਿਟਾਉਣਾ ਚਾਹੀਏ ਤਾਂ ਮਿਟ ਵੀ ਸਕਦਾ? ਹਾਂ, ਮਿਟ ਵੀ ਜਾਂਦਾ। ਮਿਟ ਜਾਂਦੇ ਹਾਂ, ਟੈਟੂ? ਮਿਟ ਕੀ ਉਹਦਾ ਪ੍ਰੋਸੀਜਰ ਆ? ਉਹਦਾ ਮਸ਼ੀਨ ਹੁੰਦੀ ਹੈ, ਲੇਜ਼ਰ ਮਸ਼ੀਨ ਹੁੰਦੀ ਹੈ, ਉਹ ਰਿਮੂਵ ਕਰਦੀ ਹੈ ਉਹ ਟੈਟੂ ਟਿਸ਼ੂਜ਼ ਉੱਪਰ ਲੈਣਾ, ਉਹ ਰਿਮੂਵ ਕਰ ਦਿੰਦੀ, ਉਹ ਵੀ 2-3 ਸੀਟਿੰਗ ਤੋਂ ਬਾਅਦ ਰਿਮੂਵ ਹੁੰਦੀ। ਕਿੰਨਾ ਤੁਸੀਂ ਦੱਸੋ ਸਾਨੂੰ ਕਿ ਇੱਕ ਟੈਟੂ ਬਣਾਉਣ ਲਈ ਕੀ ਚਾਹੀਦਾ ਹੁੰਦਾ, ਮਤਲਬ ਕੀ ਸਮਾਨ ਦੀ ਲੋੜ ਪੈਂਦੀ ਹੈ ਜਿਹੜਾ ਤੁਸੀਂ ਲੈ ਕੇ ਰੱਖਿਆ? ਦੇਖੋ ਜੀ, ਟੈਟੂ ਵਾਸਤੇ ਚਾਹੀਦਾ ਆਪਾਂ ਨੂੰ ਇੰਕ ਚਾਹੀਦੀ ਹੈ, ਕਲਰ ਚਾਹੀਦੇ ਨੇ, ਮਸ਼ੀਨ ਚਾਹੀਦੀ ਹੈ, ਆਰਮ ਸਟੈਂਡ ਚਾਹੀਦਾ ਹੈ, ਰਿੰਗ ਲਾਈਟ ਚਾਹੀਦੀ ਹੈ, ਟੈਟੂ ਬੈਡ ਚਾਹੀਦਾ ਹੈ, ਸਟੂਡੀਓ ਚਾਹੀਦਾ ਹੈ, ਪ੍ਰੋਪਰ ਸਟੂਡੀਓ ਚਾਹੀਦਾ ਹੈ। ਜਿੱਦਾਂ ਟੈਟੂ ਬਣਾਉਣ ਲਈ ਜਿੱਦਾਂ ਇੱਕ ਬੰਦਾ ਚਾਹੀਦਾ ਜਿਹਨੂੰ ਟੈਟੂ ਬਣਾਉਣਾ ਆਉਣਾ ਚਾਹੀਦਾ, ਹਾਂਜੀ, ਔਰ ਮਸ਼ੀਨ ਚਾਹੀਦੀ ਆ, ਜਾਂ ਜੋ ਤੁਸੀਂ ਆ ਸਟੈਂਡ ਕਿਹਾ, ਤਾਂ ਫਿਰ ਇਹ ਸਟੂਡੀਓ ਦੀ ਕੀ ਲੋੜ ਆ? ਸਟੂਡੀਓ ਤੋਂ ਬਿਨਾਂ ਵੀ ਬਣਾਇਆ ਜਾ ਸਕਦਾ ਕਿ ਨਹੀਂ? ਇਹ ਸਟੂਡੀਓ ਤਾਂ ਚਾਹੀਦਾ ਹੈ, ਬੇਸਿਕ ਉਹ ਤਾਂ ਜ਼ਰੂਰੀ ਹੈ, ਸਟੂਡੀਓ ਤਾਂ ਚਾਹੀਦਾ, ਕਿਉਂਕਿ ਕਲਾਇੰਟ ਇੱਦਾਂ ਹੈ ਕਿ ਮਤਲਬ ਹਰ ਇੱਕ ਕਲਾਇੰਟ ਘਰ ਨਹੀਂ ਆ ਸਕਦਾ, ਤੇ ਅਸੀਂ ਹਰ ਇੱਕ ਕਲਾਇੰਟ ਦੇ ਘਰ ਨਹੀਂ ਜਾ ਕੇ ਬਣਾ ਸਕਦੇ, ਇਸ ਲਈ ਸਟੂਡੀਓ ਹੋਣਾ ਜ਼ਰੂਰੀ ਹੈ। ਤੇ ਕਿਉਂਕਿ ਕਲਾਇੰਟ ਕਈ ਵਾਰ ਨਾ ਝਿਜਕਦਾ ਹੈ, ਕਿਸੇ ਦੇ ਘਰ ਜਾਣਾ ਹੋਵੇ ਨਾ, ਤੇ ਉਹ ਝਿਜਕਦਾ ਹੈ ਕਿ ਮਤਲਬ ਕਿਸੇ ਦੇ ਘਰ ਜਾ ਕੇ ਬਣਾਵਾਂਗੇ ਜਾਂ ਫਿਰ ਉਹ ਸਾਡੇ ਘਰ ਆ ਕੇ ਬਣਾਵਾਂਗੇ, ਕਲਾਇੰਟ ਖੁਸ਼ ਨਹੀਂ ਹੁੰਦਾ, ਮਤਲਬ ਉਹ ਨਾ ਥੋੜਾ ਕੰਫਰਟੇਬਲ ਨਹੀਂ ਹੋ ਪਾਉਂਦਾ ਉਸ ਚੀਜ਼ ਨੂੰ, ਇਸ ਲਈ ਸਟੂਡੀਓ ਹੋਣਾ ਜ਼ਰੂਰੀ ਹੈ। ਦੀਪਕ ਜੀ, ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਦੱਸੋ ਕਿ ਜਿੱਦਾਂ ਟੈਟੂ ਬਣਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ, ਤੇ ਇਹਦੇ ਲਈ ਕੀ ਸਾਂਭ ਸੰਭਾਲ, ਜਾਂ ਮਤਲਬ ਜਿੱਦਣ ਬਣਾਇਆ ਉਦਣ ਹੀ ਰੈਡੀ ਆ, ਜਾਂ ਕੁਝ ਹੋਰ ਵੀ ਸਾਨੂੰ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ? ਜੀ ਦੇਖੋ, ਟਾਈਮ ਤਾਂ ਉਹ ਸਾਈਜ਼ 'ਤੇ ਡਿਪੈਂਡ ਕਰਦਾ, ਕਿੰਨਾ ਸਾਈਜ਼ ਆ ਉਹਦੇ ਹਿਸਾਬ ਨਾਲ ਟਾਈਮ ਲੱਗਦਾ ਉਹ ਟੈਟੂ ਬਣਾਉਂਦੇ। ਤੇ ਆਪਣਾ ਕਹਿ ਸਕਦੇ ਕਿ ਟੈਟੂ ਜੋ ਬਣ ਜਾਂਦਾ ਨਾ ਕੰਪਲੀਟ 45 ਡੇਜ਼ ਦਾ ਹੀਲਿੰਗ ਪ੍ਰੋਸੈਸ ਹੁੰਦਾ, 45 ਦੇ ਅੰਦਰ ਪ੍ਰੋਪਰ ਹੀਲ ਹੁੰਦਾ,
ਜਿਹੜਾ ਆਫਟਰ ਕੇਅਰ ਹੁੰਦੀ ਨਾ ਉਹ ਬਹੁਤ ਜ਼ਰੂਰੀ ਹੈ। ਟੈਟੂ ਬਣਨ ਤੋਂ ਬਾਅਦ ਜੇ ਤੁਸੀਂ ਆਫਟਰ ਕੇਅਰ ਕਰਨੀ ਨਾ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਟੈਟੂ ਵਾਸਤੇ। ਇਹ ਆਫਟਰ ਕੇਅਰ ਕੀ ਮਤਲਬ, ਇਹਦੇ ਬਾਰੇ ਥੋੜਾ ਚਾਨਣਾ ਪਾਓ। ਆਫਟਰ ਕੇਅਰ ਜਿੱਦਾਂ ਮਤਲਬ ਤੁਸੀਂ ਕੋਈ ਡਾਇਰੈਕਟ ਸਨ ਦੀ ਲਾਈਟ 'ਚ ਨਹੀਂ ਜਾਣਾ, ਧੂਲ ਮਿੱਟੀ ਪਸੀਨਾ ਪਾਣੀ ਇਹ ਚੀਜ਼ਾਂ ਤੁਸੀਂ ਜਿੰਨਾ ਬਚਾ ਕਰਕੇ ਰੱਖ ਸਕਦੇ ਹੋ ਉਹਨਾਂ ਵਧੀਆ ਹੈਗਾ, ਜਿੰਨੀ ਦੇਰ ਦਾ ਉਹ ਹੀਲਿੰਗ ਪ੍ਰੋਸੈਸ 'ਚ ਹੈਗਾ। ਮਤਲਬ 40-45 ਦਿਨ ਉਹਨੂੰ ਕਵਰ ਕਰਕੇ ਰੱਖਣਾ cover ਪੈਣਾ। ਕਰਕੇ ਰੱਖ। ਕੋਈ ਦਵਾਈ ਵੀ ਖਾਣੀ ਪੈਂਦੀ ਹੈ ਜਾਂ ਲਾਣੀ ਪੈਂਦੀ ਆ? ਨਹੀਂ, ਇੱਕ ਕਰੀਮ ਆਉਂਦੀ ਹੈ ਉਹ ਤੁਹਾਨੂੰ ਆਪਾਂ ਦੱਸਾਂਗੇ। ਕਰੀਮ ਜਿਹੜੀ ਆਪਾਂ ਲਾਉਂਦੇ ਆ ਨਾ ਉਹ ਥੋੜੀ ਉਹਨਾਂ ਥੋੜੀ ਹੀਲ ਕਰਨ 'ਚ ਥੋੜੀ ਹੈਲਪ ਕਰਦੀ। ਜੀ ਦੀਪਕ ਜੀ, ਜਿਹੜੇ ਬੰਦੇ ਟੈਟੂ ਬਣਾਉਣਾ ਚਾਹੁੰਦੇ ਆ ਹਾਂਜੀ, ਉਹਨਾਂ ਨੂੰ ਮਾੜਾ ਜਿਹਾ ਦੱਸੋ ਕਿ ਇਹਦਾ ਖਰਚਾ ਕਿੰਨਾ ਕੁ ਆ ਜਾਂਦਾ? ਜੀ ਇਹ ਤਾਂ ਡਿਪੈਂਡ ਕਰਦਾ ਟੈਟੂ ਦੇ ਸਾਈਜ਼ ਤੇ ਡਿਪੈਂਡ ਕਰਦਾ। ਸ਼ੁਰੂ ਹੋ ਜਾਂਦਾ ਛੋਟੇ ਤੋਂ ਸਮਾਲ ਤੋਂ ਲੈ ਕੇ 1000 ਤੋਂ ਲੈ ਕੇ ਲੱਖ ਤੱਕ ਵੀ ਜਾਂਦਾ ਹੈ। ਉਹ ਡਿਪੈਂਡ ਕਰਦਾ ਹੈ ਸਾਈਜ਼ ਤੇ ਤੁਸੀਂ ਕੀ ਬਣਵਾਉਣਾ ਚਾਹੁੰਦੇ ਹੋ। ਮਤਲਬ ਸਾਈਜ਼ ਐਂਡ ਡਿਜ਼ਾਈਨ ਹੀ ਮੈਟਰ ਕਰਦਾ। ਹਾਂਜੀ, ਦੋਨੋਂ ਮੈਟਰ ਕਰਦੇ ਨੇ। ਉਹਦੇ ਨਾਲ ਹੀ ਰੇਟ ਫਿਕਸ ਹੋਊਗਾ। ਹਾਂਜੀ, ਕਿਸੇ ਦਾ ਕੋਈ ਇਦਾਂ ਪੱਕਾ ਨਹੀਂ ਕਿ ਇੰਨੇ ਦਾ ਹੀ ਬਣੂਗਾ। ਹਾਂ, ਪੱਕਾ ਨਹੀਂ ਸੀ ਕਹਿ ਸਕਦੇ। ਓਕੇ। Searching for greatness in a sea of the dying and shameless, a sea of the aimless. I don't wanna be one of the nameless. I'ma wake up with the mindset that one day I'm gonna make it, and I don't think I'll be fine if I don't break my limitations. Don't try to stop me, I exist to write my own story. I'll make a decision if I want some peace or if I want the glory. Yeah, don't want a life that is complacent or possibly boring. I just want a life that is worth every day exploring. My whole life I just wanted someone who would notice me. My whole life I just wanted to be somebody. ਆਪਣੇ ਨਵੇਂ ਬੱਚੇ ਜਾਂ ਸਟੂਡੈਂਟ ਕਾਲਜ ਦੇ ਵੀ ਜਿਹੜੇ ਟੈਟੂ ਆਰਟਿਸਟ ਬਣਨਾ ਚਾਹੁੰਦੇ ਆ, ਹਾਂਜੀ, ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਜੀ ਦੇਖੋ, ਜੇ ਤੁਹਾਡਾ ਡ੍ਰੀਮ ਹੈ ਟੈਟੂ ਆਰਟਿਸਟ ਬਣਨ ਦਾ ਤੁਸੀਂ ਜ਼ਰੂਰ ਬਣੋ। ਆਪਣਾ ਡ੍ਰੀਮ ਤੁਸੀਂ ਫੋਲੋ ਕਰੋ। ਪੂਰੀ ਪ੍ਰੋਪਰ ਟ੍ਰੇਨਿੰਗ ਲੈ ਕੇ ਤੁਸੀਂ ਆਵੋ। ਪ੍ਰੋਪਰ ਪੂਰੀ ਕਿਸੇ ਨੂੰ ਵੀ ਟ੍ਰੇਨਿੰਗ ਲੈ ਕੇ ਜਿੱਦਾਂ ਤੁਹਾਨੂੰ ਠੀਕ ਲੱਗੇ, ਜਿਹੜਾ ਆਰਟਿਸਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਕੋਲ ਪ੍ਰੋਪਰ ਟ੍ਰੇਨਿੰਗ ਲਓ। ਫਿਰ ਆ ਕੇ ਤੁਸੀਂ ਆਪਣਾ ਟੈਟੂ ਸ਼ੁਰੂ ਕਰੋ। ਐਦਾਂ ਨਹੀਂ ਕਿ ਮਤਲਬ ਤੁਸੀਂ ਤੋਂ YouTube ਤੋਂ ਦੇਖ ਕੇ ਥੋੜਾ ਬਹੁਤਾ ਸਿੱਖ ਲਿਆ ਤੇ ਕਿਸੇ ਦੀ ਵੀ ਬਾਂਹ ਤੁਸੀਂ ਖਰਾਬ ਕਰ ਦਿੱਤੀ। ਰਿਸਕ ਨਾ ਲਓ। ਕਿਸੇ ਦੀ ਬਾਂਹ, ਹਰ ਇੱਕ ਦੀ ਸਕਿਨ ਹੈਗੀ ਹੈ, ਤੁਸੀਂ ਕਿਸੇ ਦੀ ਸਕਿਨ ਖਰਾਬ ਨਾ ਕਰੋ। ਵੀ ਆਪਣੇ ਚੱਕਰ 'ਚ ਤੁਸੀਂ ਪ੍ਰੋਪਰ ਟ੍ਰੇਨਿੰਗ ਲਓ ਤਾਂ ਹੀ ਬੈਸਟ ਹੈ। ਉਹਨਾਂ ਦੇ ਘਰਦਿਆਂ ਨੂੰ ਇਹੀ ਸਲਾਹ ਦੇਣਾ ਚਾਹੁੰਦਾ ਕਿ ਜੋ ਤੁਹਾਡਾ ਬੱਚਾ ਬਣਨਾ ਚਾਹੁੰਦਾ ਤੁਸੀਂ ਉਹਨੂੰ ਸਪੋਰਟ ਕਰੋ, ਫਾਈਨੈਂਸ਼ੀਅਲੀ ਵੀ ਸਪੋਰਟ ਕਰੋ ਤੇ ਮੈਂਟਲੀ ਵੀ ਸਪੋਰਟ ਕਰੋ ਤਾਂ ਕਿ ਉਹ ਅੱਗੇ ਜਾ ਕੇ ਇੱਕ ਗੁੱਡ ਆਰਟਿਸਟ ਬਣ ਸਕੇ। ਜੀ ਬਾਈ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਨੂੰ ਆਪਣੇ ਬਾਰੇ ਤੇ ਆਪਣੇ ਕੰਮ ਬਾਰੇ ਬਹੁਤ ਬਹੁਤ ਜਾਣਕਾਰੀ ਦਿੱਤੀ। ਸ਼ੁਕਰੀਆ। ਧੰਨਵਾਦ ਦੋਸਤੋ। ਕੋਲਡ ਡਰਿੰਕ ਬਣਾਈ ਜਿਹੜੀ ਯੈਸ ਹਾਂਜੀ ਦੀਪਕ ਜੀ, ਤੁਸੀਂ ਦੱਸੋ ਫਿਰ ਸਾਡਾ ਕੁੜੀ ਜਿਹੜੀ ਬੈਠੀ ਹੈ ਇਹਦੇ ਚ ਕਿਹੜਾ ਚੜੀ ਹੈ? ਮੇਰੇ ਕੋਲ ਚੱਲਣੀਆਂ ਬੈਠੀਆਂ ਨਾ, ਹਾਂ ਧਿਆਨ ਦੇ ਵਾਲੀ ਮੰਮੀ ਦਾ। ਜ਼ੂਮ ਆਊਟ ਕਰ ਦਿਓ ਠੀਕ ਹੈ ਦੋਸਤੋ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੀਪਕ ਗੋਸਵਾਮੀ ਜੀ ਦੇ ਨਾਲ, ਜਿਹੜੇ ਕਿ ਇੱਕ ਟੈਟੂ ਆਰਟਿਸਟ ਨੇ ਜਲੰਧਰ ਤੋਂ। ਅੱਜ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਜਾਣਦੇ ਹਾਂ ਟੈਟੂ ਬਾਰੇ। ਮੇਰੀ ਈਮੇਲ ਤੇ ਮੇਰੇ ਆਪਣਾ ਇੰਸਟਾਗ੍ਰਾਮ ਡਿਸਕ੍ਰਿਪਸ਼ਨ ਸਾਰੇ ਨੀਚੇ ਲਿੰਕ 'ਚ ਦਿੱਤਾ ਹੈ। ਤੁਸੀਂ ਉੱਤੇ ਜਾ ਕੇ ਮੇਰੇ ਵਰਕ ਨੂੰ ਤੁਸੀਂ ਦੇਖ ਸਕਦੇ ਹੋ। ਹੋ ਗਿਆ ਬਹੁਤ ਹੋ ਗਿਆ।